जे आपां गल करिए ते पर एक 8-9 साल दा बालक ਜਿਹੜਾ ਇਹਨਾਂ ਰਸਮਾਂ ਦੇ ਵਿੱਚ, ਇਹਨਾਂ ਰੋਹ ਰੀਤਾਂ 'ਚ, ਇਹਨਾਂ ਰਿਵਾਜਾਂ 'ਚ ਪੈਦਾ ਹੋਇਆ, ਜਦੋਂ ਜਨੇਊ ਪਾਉਣ ਲੱਗਿਆ ਪਾਂਡੇ ਦਾ ਹੱਥ ਫੜ ਲਿਆ, ਪਾਂਡੇ ਦਾ, ਪੰਡਤ ਦਾ ਹੱਥ ਫੜ ਲਿਆ। ਕਿਸੇ ਬਦਤਮੀਜ਼ੀ ਨਾਲ ਨਹੀਂ, ਗੁਸਤਾਖੀ ਨਾਲ ਨਹੀਂ, ਜਗਿਆਸਾ ਦੇ ਨਾਲ। ਇੱਥੇ ਅੰਦਰ ਜਗਿਆਸਾ ਸੀ ਬਾਬੇ ਦੇ। ਬਾਬਾ ਨਾਨਕ ਜਗਿਆਸੂ ਸੀ। ਉਹਦਾ ਸਵਾਲ ਸੀ ਕਿ ਦਇਆ ਕਪਾਹ ਸੰਤੋਖ ਸੂਤ। ਕਹਿੰਦਾ ਜਿਹੜਾ ਜਨੇਊ ਮੈਨੂੰ ਪਾਉਣ ਲੱਗਿਆ ਇਹਦੀ ਮੈਨੂੰ ਸੈਂਸ ਨਹੀਂ ਪਤਾ ਵੀ ਮੇਰੇ ਕਿੱਥੇ ਕੰਮ ਆਉਣਾ। ਦਇਆ ਕਪਾਹ, ਦਇਆ ਦੀ ਕਪਾਹ ਹੋਵੇ, ਸੰਤੋਖ ਸੂਤ, ਸੰਤੋਖ ਸਬਰ ਦਾ ਸੂਤ ਵਟਿਆ ਹੋਵੇ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸੱਤ ਵਟ, ਜਿਹਨੂੰ ਜਤ ਦੀ ਗੰਢ ਵੱਜੀ ਹੋਵੇ, ਸੱਚਾਈ ਨਾਲ ਵਟਿਆ ਹੋਵੇ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸੱਤ ਵਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ। ਕੋਈ ਇਹੋ ਜਿਹਾ ਜਨੇਊ ਹੈਗਾ ਤਾਂ ਮੇਰੇ ਪਾ ਦੇ, ਜਿਹੜਾ ਮਤਲਬ ਮੇਰੀ ਜ਼ਿੰਦਗੀ 'ਚ ਮੇਰੇ ਨਾਲ ਰਵੇ, ਮੇਰੇ ਮਰਨ ਤੋਂ ਬਾਅਦ ਵੀ ਮੇਰੇ ਕਰਮ ਬਣ ਕੇ ਮੇਰੇ ਨਾਲ ਜਾਵੇ। ਇਹ ਜਨੇਊ ਧਾਗਾ ਮੇਰੇ ਉੱਪਰ ਦੀ ਲੰਘ ਗਿਆ ਤਾਂ ਮੈਨੂੰ ਕੋਈ ਫਾਇਦਾ ਨਹੀਂ ਹੋਣਾ। ਗੁਰੂ ਸਾਹਿਬ ਨੇ ਲੜਾਈ ਲੜੀ, ਉਦੋਂ ਜ਼ਬਰਦਸਤੀ ਸਭ ਨੂੰ ਜਨੇਊ ਪਾਇਆ ਜਾਂਦਾ ਸੀ। ਜੰਮਿਆ ਤਾਂ ਜਨੇਊ ਪਾ ਦਿਓ। ਉਹੀ ਗੱਦੀ 9ਵੇਂ ਪਾਤਸ਼ਾਹ, ਇੱਕ ਟਾਈਮ ਆ ਗਿਆ ਜਦੋਂ ਜ਼ਬਰਦਸਤੀ ਜਨੇਊ ਲਾਇਆ ਜਾਂਦਾ ਸੀ। ਸਵਾ ਮਣ ਜੰਜੂ, ਸਵਾ ਮਣ ਜਨੇਊ ਕਹਿੰਦੇ ਲਾ ਕੇ ਔਰੰਗਜ਼ੇਬ ਦੀ ਫੌਜ ਰੋਜ਼ ਸਾੜਦੀ ਸੀ। ਉਦੋਂ ਸਾਹਿਬ ਸੱਚੇ ਪਾਤਸ਼ਾਹ ਪਹੁੰਚ ਕੇ ਦਿੱਲੀ, ਕਹਿੰਦੇ ਜੇ ਤਾਕਤ ਹੈ ਤਾਂ ਜਨੇਊ ਲਾ ਕੇ ਦਿਖਾ। ਉਹੀ ਜੋਤ ਲੜ ਰਹੀ ਹੈ, ਜਨੇਊ ਪਾਉਣ ਨਹੀਂ ਦੇਣਾ। ਉਹੀ ਜੋਤ ਲੜ ਰਹੀ ਹੈ, ਜਨੇਊ ਲਾਉਣ ਨਹੀਂ ਦੇਣਾ। ਇੱਕ ਗੱਲ ਵਿਚਲੀ ਸਮਝੋ, ਲੜਾਈ ਕਾਦੀ ਸੀ? ਜ਼ਬਰਦਸਤੀ ਦੀ। ਉਦੋਂ ਜ਼ਬਰਦਸਤੀ ਪਾਉਂਦੇ ਸੀ, ਹੁਣ ਜ਼ਬਰਦਸਤੀ ਲਾਉਂਦੇ ਸੀ। ਇਹ ਕੌਮ ਸਿਰਫ ਜ਼ਬਰਦਸਤੀ ਦੇ ਅਗੇਂਸਟ ਲੜਦੀ ਆਈ ਹੈ। ਕਿਸੇ ਧਰਮ, ਕਿਸੇ ਮਜ਼ਹਬ, ਕਿਸੇ ਸੋਚ, ਕਿਸੇ ਜ਼ਾਤ ਪਾਤ ਦੇ ਖਿਲਾਫ ਕਦੇ ਨਹੀਂ ਲੜੇ ਅਸੀਂ। ਤੇ ਲੜਾਈ ਹੁਣ ਵੀ ਬਾਰਡਰਾਂ ਤੇ ਜ਼ੁਲਮ ਦੇ ਖਿਲਾਫ ਹੀ ਚੱਲ ਰਹੀ ਹੈ। ਇਹ ਜ਼ੁਲਮ ਹੈ ਆਪਣੇ ਆਪ ਦੇ ਵਿੱਚ, ਕਿਸੇ ਨੂੰ ਕਹਿਣਾ ਕਿ ਮੈਂ ਤੇਰਾ ਭਲਾ ਕਰਨਾ। ਆ ਭਾਜੀ ਖੜੇ, ਮੈਂ ਕਹਾਂ ਮੈਂ ਪੈਂਟ ਲਵਾ ਕੇ ਤੁਹਾਡੀ ਨਿੱਕਰ ਪਵਾਉਣੀ, ਤੁਹਾਨੂੰ ਜਰਾ ਹਵਾ ਲੱਗਦੀ ਰਹੇਗੀ। ਉਹ ਕਹਿੰਦੇ ਮੈਂ ਇੱਜ਼ਤਦਾਰ ਬੰਦਾ, ਮੈਂ ਪਬਲਿਕ 'ਚ ਖੜਾ, ਮੈਂ ਨਹੀਂ ਪਾਉਣੀ। ਮੈਂ ਕਹਿੰਦਾ ਪਾ ਕੇ ਤੇ ਵੇਖੋ, ਨਿੱਕਰ ਬਹੁਤ ਵਧੀਆ। ਉਹ ਕਹਿੰਦਾ ਕਿਉਂ ਪਾਵਾਂ ਯਾਰ, ਮੈਂ ਘਰੋਂ ਪੈਂਟ ਪਾ ਕੇ ਬੜੀ ਸੋਹਣੀ ਆਇਆ, ਪਰ ਮੈਂ ਧੱਕੇ ਨਾਲ ਕਹਿ ਰਿਹਾ ਕਿਉਂਕਿ ਮੇਰੀ ਇਸ ਇਲਾਕੇ 'ਚ ਚੱਲਦੀ ਹੈ। ਤੇ ਮੈਂ ਕਹਾਂਗਾ ਨਹੀਂ ਵੀ ਤੈਨੂੰ ਤਾਂ ਕਮੀਜ਼ ਲਵਾ ਕੇ ਤੈਨੂੰ ਤਾਂ ਮੈਂ ਬਨੈਣ ਪਵਾਉਣੀ ਇੱਥੇ। ਉਹ ਕਿਉਂ ਪਾਏਗਾ ਬੰਦਾ? ਉਹਨਾਂ ਨੂੰ ਜੋ ਚਾਹੀਦਾ ਹੋਏਗਾ ਘਰੋਂ ਉਸੇ ਤਰੀਕੇ ਨਾਲ ਸੱਜ ਧੱਜ ਦੇ ਨਾਲ ਆਪਣੀ ਦੇ ਨਾਲ ਆਉਣਗੇ। ਜਿਹਦਾ ਹੁਣ ਕੀ ਕਰੇਗਾ? ਉਹ ਅੱਜ ਕਿਸਾਨ ਦੇ ਨਾਲ ਜ਼ੁਲਮ ਕੀਤਾ ਜਾ ਰਿਹਾ ਹੈ। ਆਪਕਾ ਮੰਤਰੀ ਪੰਜਾਬ ਕਹਿੰਦੇ ਜਦੋਂ ਵੀ ਕੋਈ ਚੰਗਾ ਕੰਮ ਹੁੰਦਾ ਲੋਕੀ ਪਹਿਲਾਂ ਅੜਦੇ ਹੀ ਨੇ। ਤੁਹਾਡੀ सेंटर की सरकार ने भी किया कि हमने जब 3 तलाक बनाए थे तब भी लोगों को एतराज हुआ था, पर उदों औरत तो खुश सी ना। औरत ने बाहर आके एजिटेशन नहीं सी कीता कि 3 तलाक नहीं होने चाहिए। उन्हां दी किते जान सौखी हो रही होनी है। इदां ही तुसीं ਜਿਹੜੇ ਜਿਹੜੇ कानून लोग हित विच लिआंदे, लोकां नूं लगा ठीक है, ਜਿਹੜੇ ਜਿਹੜੇ कानून तुसीं जुल्म दे नाल लिआंदे, हर कानून दे खिलाफ एजिटेशन होया, धरने होए ने, मुजाहरे होए ने। ਤੁਸੀਂ ਦਬਾ ਲੇ ਤਾਂ ਗੱਲ ਵੱਖਰੀ ਹੈ। ਅੱਜ ਤੁਹਾਨੂੰ ਇਸ ਕਰਕੇ ਦੰਦਲਾਂ ਪੈ ਰਹੀਆਂ ਕਿ ਇਹ ਦਬਾਇਆ ਨਹੀਂ ਜਾ ਰਿਹਾ ਤੁਹਾਡੇ ਕੋਲੋਂ। ਜਿੰਨਾ ਤੁਸੀਂ ਦੱਬਦੇ ਹੋ, ਇੱਥੋਂ ਦੀ ਨਿਕਲ ਕੇ ਤੁਹਾਡੇ ਸਾਹਮਣੇ ਨਿਕਲ ਕੇ ਹੋਰ 6 ਫੁੱਟ ਉੱਚੇ ਹੋ ਕੇ ਤੁਹਾਡੇ ਉੱਤੋਂ ਦੀ ਖੜੇ ਹੋ ਕੇ ਦਿਖਾਉਂਦੇ ਵੀ ਆਹ ਖੜੇ ਆ ਅਸੀਂ। ਤੁਹਾਨੂੰ ਇਸ ਗੱਲ ਦੀ ਅੱਜ ਪ੍ਰੋਬਲਮ ਹੋ ਰਹੀ ਹੈ। ਸੋ ਤੁਸੀਂ ਉਸ ਮੰਤਰੀ ਸਾਹਿਬ, ਸਾਡੇ ਮਾਨਯੋਗ ਮੰਤਰੀ ਸਾਹਿਬ, ਸਾਬਕਾ ਮੰਤਰੀ, ਉਹਨਾਂ ਦਾ ਬਿਆਨ ਕਿੰਨਾ ਅੱਛਾ ਸੀ। ਕਹਿੰਦੇ ਜਦੋਂ ਕਿਸੇ ਨੂੰ ਟੀਕਾ ਲਾਇਆ ਜਾਂਦਾ ਹੈ, ਇੰਜੈਕਸ਼ਨ ਲਾਇਆ ਜਾਂਦਾ ਹੈ, ਉਹਨੂੰ ਵੀ ਤਕਲੀਫ ਹੁੰਦੀ ਹੈ। ਉਹ ਵੀ ਕਹਿੰਦਾ ਨਾ ਲਾਓ, ਉਹਨੂੰ ਪੀੜ ਹੁੰਦੀ ਹੈ, ਪਰ ਉਹਨੂੰ ਇਹ ਨਹੀਂ ਪਤਾ, ਬਾਅਦ 'ਚ ਪਤਾ ਲੱਗਦਾ ਕਿ ਟੀਕਾ ਉਹਦੇ ਫਾਇਦੇ ਵਾਸਤੇ ਲਾਇਆ ਜਾ ਰਿਹਾ ਸੀ। ਮੈਂ ਇੱਥੇ ਉਹਨਾਂ ਦਾ ਧਿਆਨ ਇਸ ਪਾਸੇ ਵੀ ਲਿਆਉਣਾ ਚਾਹੁੰਦਾ ਕਿ ਪੜ੍ਹਨ ਦੀ ਕਿਹੜੇ ਸਮਿਆਂ ਦੀ ਤੁਸੀਂ ਗੱਲ ਕਰਦੇ ਹੋ ਮੰਤਰੀ ਸਾਹਿਬ। ਅੱਜ ਕੱਲ੍ਹ ਟੀਕੇ ਵੀ 2 ਤਰ੍ਹਾਂ ਦੇ ਲਾਏ ਜਾਂਦੇ ਨੇ। ਇੱਕ ਉਹ ਟੀਕਾ ਹੁੰਦਾ ਜਿਹਦਾ ਮਰੀਜ਼ ਨੂੰ ਫਾਇਦਾ ਹੁੰਦਾ ਹੈ, ਇੱਕ ਉਹ ਟੀਕਾ ਹੁੰਦਾ ਜਿਹਦਾ ਸਿਰਫ ਹਸਪਤਾਲ ਨੂੰ ਹੀ ਫਾਇਦਾ ਹੁੰਦਾ। ਭਾਵੇਂ ਪਾਣੀ ਦਾ ਹੀ ਲਾ ਦੇਣ, ਬਾਅਦ 'ਚ ਬਿੱਲ 'ਚ 40,000 ਰੁਪਏ ਲਿਖਣਾ ਹੁੰਦਾ, ਬਾਹਰੋਂ ਮੰਗਾਇਆ ਸੀ ਟੀਕਾ 40,000 ਰੁਪਏ ਦਾ। ਹੁਣ ਸਾਨੂੰ ਨਹੀਂ ਨਾ ਪਤਾ ਇਹ ਟੀਕਾ ਤੁਸੀਂ ਕਿਹੜਾ ਲਾਈ ਜਾਂਦੇ ਹੋ। ਕਿਸਾਨ ਕਹਿੰਦਾ ਮੈਂ ਨਹੀਂ ਟੀਕਾ ਲਵਾਉਣਾ, ਕਿਉਂਕਿ ਪਤਾ ਲੱਗ ਗਿਆ ਕਿਸਾਨ ਨੂੰ ਕਿ ਇਹ ਟੀਕਾ ਹਸਪਤਾਲ ਵਾਲਿਆਂ ਦੇ ਹੱਕ 'ਚ ਹੈ, ਮਰੀਜ਼ ਨੂੰ ਚਾਹੀਦਾ ਹੀ ਨਹੀਂ ਟੀਕਾ ਇਹ। ਫਿਰ ਉਸ ਤੋਂ ਬਾਅਦ ਕਹਿੰਦੇ ਨੇ ਜੀ ਕਿ ਕਾਨੂੰਨ ਤਾਂ ਪਾਰਲੀਮੈਂਟ 'ਚੋਂ ਪਾਸ ਹੋਇਆ, ਰਾਜ ਸਭਾ 'ਚੋਂ ਵੀ ਪਾਸ ਹੋਇਆ, ਹੁਣ ਤਾਂ ਇਹ ਲੋਕਾਂ ਨੇ ਚੁਣੇ ਹੋਏ ਨੁਮਾਇੰਦੇ ਜਿਹੜੇ ਨੇ ਉਹਨਾਂ ਨੇ ਪਾਸ ਕੀਤਾ। ਕੀ ਪ੍ਰੋਬਲਮ ਹੈ ਕਿਸਾਨ ਨੂੰ? ਸੋ ਕਿੱਦਾਂ ਪਾਸ ਹੋਏ ਨੇ ਲੋਕਾਂ ਨੂੰ ਉਹ ਵੀ ਪਤਾ। ਇੱਕ ਥਾਂ ਤੇ ਤੁਹਾਡਾ ਬਹੁਮਤ ਹੈ, ਤੁਸੀਂ ਪਾਸ ਕਰਾ ਲਏ ਬਿੱਲ, ਕਾਨੂੰਨ ਬਣ ਗਏ।
ਰਾਜ ਸਭਾ ਦੇ ਵਿੱਚ ਅੱਜ ਤੱਕ ਇੰਨਾ ਵੱਡਾ ਜ਼ੁਲਮ ਕਦੇ ਨਹੀਂ ਸੀ ਹੋਇਆ ਕਿ ਧਵਨੀ ਮਤ ਦੇ ਨਾਲ, ਸਿਰਫ ਆਵਾਜ਼ ਦੇ ਨਾਲ ਪੁੱਛ ਕੇ ਹਾਂਜੀ ਕੌਣ ਹੱਕ 'ਚ ਹੈ ਕੌਣ ਖਿਲਾਫ ਹੈ ਤੇ ਕਹਿ ਦੋ ਹਾਂਜੀ ਸਾਰੇ ਹੱਕ 'ਚ ਨੇ ਜੀ। ਉਹਦਾ ਵੀ ਇੱਕ ਤਰੀਕਾ ਹੁੰਦਾ ਹੈ, ਕਹਿੰਦੇ ਜਿਹੜੇ ਹੱਕ 'ਚ ਨੇ ਇੱਧਰ ਬਹਿ ਜਾਓ, ਜਿਹੜੇ ਖਿਲਾਫ ਨੇ ਇੱਧਰ ਬਹਿ ਜਾਓ, ਉਦੋਂ ਗਿਣਤੀ ਹੋ ਜਾਂਦੀ ਹੈ। ਕੋਈ ਪ੍ਰੋਸੈਸ ਫੋਲੋ ਨਹੀਂ ਕੀਤਾ ਗਿਆ, ਧੱਕੇ ਨਾਲ ਹੀ ਕਹਿਤਾ ਪਾਸ ਹੋ ਗਏ ਪਾਸ ਹੋ ਗਏ ਪਾਸ ਹੋ ਗਏ ਪਾਸ ਹੋ ਗਏ। ਇਹ ਮੈਂ ਕਿਹਾ ਤੁਸੀਂ ਉਹ ਕੰਮ ਕੀਤਾ ਕਿ ਕਿਸੇ ਦੀ ਬੇਟੀ ਨੂੰ ਕਿਸੇ ਦੀ ਧੀ ਨੂੰ ਲਾਵਾਂ ਫੇਰਿਆਂ ਤੋਂ ਬਾਅਦ ਵਿਆਹ ਕੇ ਪਰਨਾ ਕੇ ਲੈ ਕੇ ਜਾਓ, ਉਹ ਗੱਲ ਇੱਜ਼ਤ ਵਾਲੀ ਹੁੰਦੀ ਹੈ। ਅਗਲੇ ਨੂੰ ਵੀ ਸਮਝ ਹੁੰਦੀ ਵੀ ਅਸੀਂ ਇੱਥੇ ਰਿਸ਼ਤਾ ਕੀਤਾ, ਬੇਟੀ ਮੰਗੀ ਸੀ ਵਿਆਹੀ ਹੈ, ਤੇ ਸਾਵੇਂ ਕਿਸੇ ਦੀ ਧੀ ਨੂੰ ਬੰਦੂਕ ਦੀ ਨੋਕ ਤੇ ਲੈ ਜਾਓ, ਇੱਥੇ ਜਾ ਕੇ ਫੋਟੋਆਂ ਖਿਚਾ ਕੇ ਕੋਰਟ 'ਚ ਸਾਈਨ ਕਰਕੇ ਆ ਜਾਓ, ਹੁਣ ਤਾਂ ਵਿਆਹੀ ਗਈ ਹੁਣ ਤੇ ਹੋ ਗਿਆ ਵਿਆਹ। ਇਦਾਂ ਮੈਂ ਕਿਹਾ ਅਗਲੇ ਖੋਪਰ ਖੋਲ ਦਿੰਦੇ, ਕੋਈ ਨਹੀਂ ਇਹ ਤਾਂ ਵਿਆਹ ਮੰਨਦਾ। ਅੱਜ ਮੁਬਾਰਕਬਾਦ ਵੀ ਦੇਣਾ ਤੁਹਾਨੂੰ ਪੰਜਾਬੀਆਂ ਨੂੰ ਕਿ ਲਾੜੇ ਤੁਸੀਂ ਹੋ ਇਸ ਯੁੱਧ ਦੇ, ਇਸ ਸੰਘਰਸ਼ ਦੇ ਲਾੜੇ ਤੁਸੀਂ ਬਣੇ ਹੋ ਪੰਜਾਬੀ। ਅੱਜ ਵੇਖੋ ਬਰਾਤ ਸਾਰੇ ਹਿੰਦੁਸਤਾਨ ਦੀ ਤੁਹਾਡੇ ਪਿੱਛੇ ਪਿੱਛੇ ਤੁਰੀ ਹੋਈ ਹੈ। ਔਰ ਮੈਂ ਸਜਦਾ ਕਰਦਾ ਸਰਦਾਰ ਨਵਰੀਤ ਸਿੰਘ ਉਹਨਾਂ ਦੇ ਦਾਦਾ ਜੀ ਨੂੰ ਕਿ ਅਸੀਂ ਹਮੇਸ਼ਾ ਭਾਸ਼ਣਾਂ 'ਚ ਗੱਲਾਂ ਕਰਦੇ ਹਾਂ, ਕੁਰਬਾਨੀਆਂ ਵਾਲੀ ਕੌਮ ਹੈ, ਅਸੀਂ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟਦੇ। ਪਰ ਕਈਆਂ ਨੂੰ ਲੱਗਦਾ ਹੋਵੇਗਾ ਵੀ ਇਹ ਸਿਰਫ ਭਾਸ਼ਣਾਂ 'ਚ ਜਾਂ ਗੱਲਾਂ 'ਚ ਹੀ ਗੱਲ ਹੁੰਦੀ ਹੈ। ਆ ਤੁਹਾਡੇ ਸਾਹਮਣੇ ਬੈਠੇ ਨੇ, ਹੁਣੇ ਸੀਸ ਦਿੱਤਾ ਇਹਨਾਂ ਦੇ ਪੋਤਰੇ ਨੇ, ਉੱਥੇ ਦੇਖੋ। ਸੋ ਇਹ ਜਿਹੜੀ ਕੌਮ ਹੈ ਨਾ, ਇਹਦੀ ਵਿਰਾਸਤ ਆ ਸਿਰ ਦੇਣਾ। ਸਾਡੇ ਸਭ ਤੋਂ ਜ਼ਿਆਦਾ ਭਗਤੀ ਦਾ ਰਾਹ ਦੱਸਣ ਵਾਲੇ ਗੁਰੂ ਨਾਨਕ ਸਾਹਿਬ, ਉਹਨਾਂ ਤੋਂ ਜ਼ਿਆਦਾ ਭਗਤੀ ਰਸ ਵਿੱਚ ਕਿਸੇ ਨੇ ਰਚਨਾ ਨਹੀਂ ਕੀਤੀ। ਉਹਨਾਂ ਨੇ ਸਿਰਫ ਭਗਤੀ ਦਾ ਮਾਰਗ ਦੱਸਿਆ ਤੁਹਾਨੂੰ, ਪਰ ਅੰਦਰੋਂ ਕਿਤੇ ਕਾਇਰ ਨਾ ਹੋ ਜਾਈਏ, ਕਿਤੇ ਬੁਜ਼ਦਿਲ ਨਾ ਹੋ ਜਾਈਏ। ਉੱਥੇ ਉਹਨਾਂ ਵੀ ਸਾਨੂੰ ਸੰਦੇਸ਼ ਦਿੱਤਾ ਸੀ ਕਿ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ। ਬਾਬਾ ਨਾਨਕ ਵਰਗਾ ਫਕੀਰ ਇੰਨੀ ਗੱਲ ਕਹਿ ਰਿਹਾ। ਉਹਨਾਂ ਨੂੰ ਵੀ ਪਤਾ ਕਿ ਬੁਜ਼ਦਿਲੀ ਵੀ ਮਾਰਦੀ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਫਿਰ ਜਦੋਂ ਇਦਾਂ ਦੇ ਵਕਤ ਆ ਜਾਂਦੇ ਨੇ, ਯੋਧੇ ਤੁਹਾਡੇ ਸਾਹਮਣੇ ਬੈਠੇ ਨੇ, ਦਿੰਦੇ ਨੇ ਸੀਸ। ਸੋ ਇਹ ਤੇ ਉਹ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੋੜੇ ਵਾਲੀ ਬੰਦੂਕ ਕਿਸੇ ਨੇ ਭੇਟ ਕੀਤੀ ਸੀ, ਤੇ ਮਹਾਰਾਜ ਨੇ ਵੈਸੇ ਹੀ ਕਿਹਾ ਸੀ ਵੀ ਵੇਖਦੇ ਆ ਇਹਨਾਂ 'ਚ ਕਿੰਨਾ ਕੁ ਜਜ਼ਬਾ ਬਚਿਆ। ਕਹਿੰਦੇ ਨਵੀਂ ਚੀਜ਼ ਆਈ ਹੈ, ਬੰਦੇ ਖਾਣੀ, ਦੂਰੋਂ ਹੀ ਬੰਦਾ ਮਾਰਦੀ ਹੈ। ਇਹ ਵੇਖਣਾ ਵੀ ਇਹਦਾ ਨਿਸ਼ਾਨਾ ਵੀ ਸਹੀ ਲੱਗਦਾ ਕਿ ਨਹੀਂ। ਤੇ ਤੁਹਾਨੂੰ ਯਾਦ ਆ ਸਾਰਿਆਂ ਨੂੰ, ਕੋਈ ਸਾਖੀ ਦੱਸਣ ਦੀ ਲੋੜ ਨਹੀਂ, ਇਤਿਹਾਸ ਦੱਸਣ ਦੀ ਲੋੜ ਨਹੀਂ, ਕਿੱਦਾਂ ਦੋ ਸਿੰਘ ਜਿਹੜੇ ਆਪਸ 'ਚ ਵੀ ਪਿਓ ਪੁੱਤ ਦਾ ਰਿਸ਼ਤਾ ਰੱਖਦੇ ਸੀ, ਆਪਸ 'ਚ ਇਸ ਗੱਲ ਤੋਂ ਹੀ ਲੜਦੇ ਪਏ ਸੀ ਕਿ ਮਹਾਰਾਜ ਦੀ ਬੰਦੂਕ ਅੱਗੇ ਮੈਂ ਖੜੇ ਹੋਣਾ, ਦੂਜਾ ਕਹਿੰਦਾ ਸੀ ਮੈਂ ਖੜੇ ਹੋਣਾ। ਇਹ ਤਾਂ ਸ਼ਹੀਦ ਹੋਣ ਲਈ ਵੀ ਲੜਦੇ ਨੇ, ਤੇ ਜਦੋਂ ਜ਼ੁਲਮ ਦੇ ਖਿਲਾਫ ਲੜਨਾ ਪੈ ਜੇ ਤੇ ਫੇਰ ਜਿੱਤ ਕਿਹਦੀ ਹੁੰਦੀ ਹੈ, ਇਤਿਹਾਸ ਪੜ੍ਹ ਲਓ ਸਾਰਾ ਤੁਸੀਂ। ਜ਼ੁਲਮ ਕਰਨ ਵਾਲੇ, ਜਬਰ ਕਰਨ ਵਾਲੇ, ਅੱਜ ਔਰੰਗਜ਼ੇਬ ਦੀ ਮੜੀ ਦੇ ਉੱਤੇ ਮੈਂ ਆ ਗੁਰੂ ਮਹਾਰਾਜ ਦੀ ਧਰਤੀ ਤੇ ਖੜਾ, ਪਰਮਾਤਮਾ ਦੀ ਸਹੁੰ। ਮੇਰੇ ਫਾਦਰ ਸਾਹਿਬ ਗਏ ਔਰੰਗਾਬਾਦ, ਕਿਸੇ ਕੰਮ ਗਏ ਸੀ, ਕਹਿੰਦੇ ਮੇਰਾ ਵੈਸੇ ਹੀ ਦਿਲ ਕੀਤਾ ਵੀ ਇਹਦਾ ਨਾਂ ਔਰੰਗਾਬਾਦ ਹੈ, ਔਰੰਗਜ਼ੇਬ ਦੀ ਕਹਿੰਦੇ ਕਬਰ ਵੀ ਹੈ ਇੱਥੇ, ਚੱਲ ਕਹਿੰਦੇ ਉਹ ਵੀ ਵੇਖ ਕੇ ਆਈਓ ਕਿਹੜਾ ਬੰਦਾ ਸੀ ਜਿਹਨੇ ਇੰਨਾ ਜ਼ੁਲਮ ਕੀਤਾ ਸੀ ਸਾਡੇ ਤੇ। ਉੱਥੇ ਗਏ, ਕਹਿੰਦੇ ਸਿਰਫ ਇੱਕ ਕੋਈ ਉੱਥੇ ਫਕੀਰ ਬੈਠਾ ਸੀ ਜਿਹੜਾ ਕੇਅਰ ਟੇਕਰ ਹੋਣਾ। ਉਹਨੇ ਮਿਹਨਤ ਕੀਤੀ ਜਾਣ ਲੱਗਿਆ ਵੀ ਸਾਨੂੰ ਆਦਤ ਆ, ਅਸੀਂ ਜਿੱਥੇ ਜਾਂਦੇ ਮੱਥਾ ਟੇਕਦੇ ਉੱਥੇ ਕੋਈ 2 ਰੁਪਏ 5 ਰੁਪਏ 10 ਰੁਪਏ ਜੋ ਵੀ ਹੁੰਦੇ ਉਹ ਦਿੰਦੇ ਆ, ਪਰ ਉੱਥੇ ਸਾਡਾ ਕੋਈ ਬਣਦਾ ਨਹੀਂ ਸੀ। ਕਹਿੰਦੇ ਅਸੀਂ ਦੇਖਿਆ ਯਾਤਰੀਆਂ ਵਾਂਗੂ ਅੱਗੇ ਤੁਰ ਪਏ। ਉਹਨੇ ਪਿੱਛੋਂ ਆਵਾਜ਼ ਮਾਰੀ, ਕਹਿੰਦਾ ਸਰਦਾਰ ਜੀ ਕੋਈ 10 ਰੁਪਏ ਦੇ ਦਿਓ। ਕਹਿੰਦਾ ਕਾਹਦੇ ਵਾਸਤੇ? कहते हम चिराग जलाते हैं यहाँ पे, कोई आता तो है नहीं आप जैसा, कोई आता है तो चिराग जलाने के लिए तेल लाना होता है, उसके पैसे मांगते हैं। डैडी कहते लानता हो तेरे, अज साडी संगत को पैसे मांग मांग के तेरी कबर ते दीवे जगदे पे ने। उत्थे वेख कौम किवें जगदी पई महाराज सच्चे पातशाह दी, सारे संसार च कौम जग रही है। जे किसी नूं शक होवे जाके देख लियो, उन्हां दी कबर ते अज दीवे भी नहीं जगदे, तेल मंग के दीवे जगते ने। और जेडे लोग खबर पढ़ते हैं उन्होंने याद होना, ये तो 8-10 साल पुरानी गल है। औरंगजेब की आखिरी जिहड़ी संतान इस वेले कलकत्ते दे विच फुटपाथां दे उत्ते सौंदी है, उस
ਸਲਤਨਤ ਦੀ ਆਖਰੀ ਨੂੰਹ ਜਿਹੜੀ, ਉਹਨਾਂ ਤੋਂ ਬਾਅਦ ਬੱਚੇ ਕਿਹੜੇ ਸਾਨੂੰ ਨਹੀਂ ਪਤਾ, ਆਖਰੀ ਨੂੰਹ ਦਰਬਾਰ ਸਾਹਿਬ ਆ ਕੇ ਮਾਫੀ ਮੰਗ ਕੇ ਗਈ ਸੀ ਨਤਮਸਤਕ ਹੋ ਕੇ ਕਿ ਸੱਚਿਆ ਪਾਤਸ਼ਾਹ ਮੇਰੇ ਪਰਿਵਾਰ ਨੂੰ, ਮੇਰੇ ਖਾਨਦਾਨ ਨੂੰ ਮਾਫ ਕਰ ਦੇ, ਅਸੀਂ ਬਹੁਤ ਜ਼ੁਲਮ ਕੀਤੇ, ਇੱਥੇ ਬੜੇ ਜ਼ੁਲਮ ਕਮਾਏ ਸਾਡੇ ਖਾਨਦਾਨ ਨੇ, ਤੇ ਅੱਜ ਅਸੀਂ ਸੜਕਾਂ ਤੇ ਸੌਂਦੇ ਆ, ਫੁੱਟਪਾਥਾਂ ਤੇ ਸੌਂਦੇ ਆ, ਦਿਹਾੜੀਆਂ ਲਾ ਕੇ ਰੋਟੀ ਖਾਂਦੇ ਆ। ਕੋਈ ਮੰਨਣ ਨੂੰ ਤਿਆਰ ਨਹੀਂ ਕਿ ਔਰੰਗਜ਼ੇਬ ਦੀ ਇਹ ਔਲਾਦ ਅੱਗੋਂ ਜਿਹੜੀ ਹੈ ਇਹ ਇਸ ਮੁਲਕ ਦੀ ਨਹੀਂ, ਇਸ ਪੂਰੇ ਖਿੱਤੇ ਦੀ ਮਾਲਕ ਹੁੰਦੀ ਸੀ, ਪੂਰੀ ਸ਼ਾਸਕ ਹੁੰਦੀ ਸੀ। ਅੱਜ ਉਹ ਹਸ਼ਰ ਨੇ ਇਹਨਾਂ ਦੇ। ਆਖਰੀ ਗੱਲ ਕਹਿ ਕੇ ਸਰਕਾਰ ਨੂੰ ਬੇਨਤੀ ਕਰਦਾ ਹੋਇਆ ਕਿ 300 ਤੋਂ ਵੱਧ ਸ਼ਹਾਦਤਾਂ ਕਿਸਾਨਾਂ ਦੀਆਂ ਉੱਥੇ ਹੋ ਚੁੱਕੀਆਂ ਨੇ। ਕੱਕਰਾਂ ਨੇ ਡਰਾ ਕੇ ਵੇਖ ਲਿਆ, ਸਰਦੀ ਰੁੱਤ ਨੇ, ਉੱਥੇ ਬਰਫ਼ ਜਮਾਉਣੀ ਠੰਡ ਨੇ, ਕਿਸਾਨ ਨੂੰ ਡਰਾ ਕੇ ਵੇਖ ਲਿਆ, ਉੱਥੇ ਹੀ ਬੈਠਾ ਕਿਸਾਨ। ਤੇ ਹੁਣ ਲੂਆਂ ਨੇ ਝੰਬਤਾ ਕਿਸਾਨ ਉੱਥੇ ਅੱਜ ਦੇ ਗੰਦੇ ਮੌਸਮ ਨੇ, ਮੱਛਰ ਨੇ, ਬੜਾ ਕੁਝ ਕਰਕੇ ਦੇਖ ਲਿਆ, ਪਰ ਕਿਸਾਨ ਉੱਥੇ ਅੱਜ ਵੀ ਅਡੋਲ ਖੜਾ, ਅਡਿੱਗ ਖੜਾ। ਤੇ ਮੌਸਮ ਤੇ ਆਹੀ ਦੋ ਹੀ ਹੁੰਦੇ ਨੇ, ਇਦੋਂ ਬਾਅਦ ਤਾਂ ਮੌਸਮ ਵੀ ਕੋਈ ਨਹੀਂ ਬਦਲਨੇ, ਵੀ ਸ਼ਾਇਦ ਕਿਸਾਨ ਉੱਠ ਕੇ ਚਲਾ ਜਾਵੇ, ਫੇਰ ਠੰਡ ਆ ਜਾਏਗੀ। ਉਹਨਾਂ ਦੀ ਤਿਆਰੀ ਹੈ। ਸੋ ਮੇਰੀ ਬੇਨਤੀ ਹੈ ਕਿਸਾਨ ਨੂੰ ਕਿ ਜਜ਼ਬਾ ਜਿਹੜਾ ਇਹੀ ਕਾਇਮ ਰੱਖਿਓ, ਸ਼ਾਲੀਨਤਾ ਦੇ ਨਾਲ। ਜਿਸ ਤਰ੍ਹਾਂ ਤੁਸੀਂ ਅੱਜ ਅੰਦੋਲਨ ਚਲਾ ਰਹੇ ਹੋ, ਸਾਰਾ ਸੰਸਾਰ ਤੁਹਾਨੂੰ ਫੋਲੋ ਕਰ ਰਿਹਾ ਕਿ ਕਿਸ ਤਰ੍ਹਾਂ ਤੁਸੀਂ ਇਮਾਨਦਾਰੀ ਦੇ ਨਾਲ ਔਰ ਸਬਰ ਸੰਤੋਖ ਦੇ ਨਾਲ ਇਹ ਸੰਘਰਸ਼ ਚਲਾ ਰਹੇ ਹੋ। ਇਸੇ ਤਰ੍ਹਾਂ ਚਲਾ ਕੇ ਰੱਖਿਓ। ਔਰ ਮੈਂ ਸਰਕਾਰ ਨੂੰ ਵੀ ਕਹਿਣਾ ਕਿ ਬਹੁਤ ਜਾਨਾਂ ਜਾ ਚੁੱਕੀਆਂ, ਇਹ ਮਹਿੰਗੀਆਂ ਪੈਂਦੀਆਂ ਹੁੰਦੀਆਂ, ਲੋਕਾਂ ਦੇ ਮਨ 'ਚ ਕੜਤਨ ਵੱਧਦੀ ਹੁੰਦੀ ਹੈ। ਵੇਲਾ ਸਾਂਭ ਲਓ। ਇਹ ਜ਼ੁਲਮ ਜਦੋਂ ਰੋਕ ਦੋਗੇ ਉਦੋਂ ਹੀ ਭਲਾ ਹੈ। ਜਿੰਨਾ ਇਹ ਜ਼ੁਲਮ ਵੱਧਦਾ ਜਾਏਗਾ ਉਨੀਆਂ ਦੂਰੀਆਂ ਵੱਧਦੀਆਂ ਜਾਣੀਆਂ। ਸੋ ਮੇਰੀ ਬੇਨਤੀ ਹੈ ਕਿ ਆਪਾਂ ਤਨ ਮਨ ਧਨ ਦੇ ਨਾਲ ਕਿਸਾਨ ਦੇ ਨਾਲ ਜੁੜੇ ਰਹੀਏ। ਅੱਜ ਪ੍ਰਣ ਕਰਕੇ ਜਾਈਏ ਕਿ ਅਸੀਂ ਕਦੇ ਪਿੱਠ ਨਹੀਂ ਦਿਖਾਵਾਂਗੇ, ਪਿੱਛੇ ਨਹੀਂ ਹਟਾਂਗੇ, ਕਿਸਾਨੀ ਦੇ ਨਾਲ ਖੜੇ ਆ। ਮੈਂ ਸਰਦਾਰ ਯੋਗਰਾਜ ਸਿੰਘ ਸਾਡੇ ਸੀਨੀਅਰ, ਸਾਡੀ ਇੰਡਸਟਰੀ ਦੇ ਸਰਪ੍ਰਸਤ ਵੀ ਨੇ ਸਾਡੀ ਆਰਗੇਨਾਈਜੇਸ਼ਨ ਦੇ, ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਅਜੇ ਇੱਥੇ ਤੁਹਾਡੇ 'ਚ ਆਉਣ ਦਾ ਮੌਕਾ ਦਿੱਤਾ ਹੈ ਔਰ ਦਿਲ ਦੀ ਗੱਲ ਤੁਹਾਡੇ ਨਾਲ ਕਰਨ ਦਾ ਮੌਕਾ ਦਿੱਤਾ ਹੈ। ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ। ਪਿੱਛੇ ਪਰਮਿੰਦਰ ਭਾਜੀ ਮੈਨੂੰ ਨਜ਼ਰ ਆ ਰਹੇ ਨੇ, ਯੂਨਾਈਟਿਡ ਸਿੱਖਸ ਵਾਲੇ ਟੈਂਟ ਲੱਗਾ ਸਾਹਮਣੇ, ਇਹ ਵੀ ਯੋਧੇ ਨੇ, ਇਹਨਾਂ ਦਾ ਵੀ ਜਿੱਦਣ ਤੋਂ ਸੰਘਰਸ਼ ਚੱਲ ਰਿਹਾ, ਬੜਾ ਵੱਡਾ ਯੋਗਦਾਨ ਹੈ। ਔਰ ਤਿੰਨ ਹੀ ਚੀਜ਼ਾਂ ਹੁੰਦੀਆਂ ਜਿਉਣ ਵਾਸਤੇ ਸਾਨੂੰ, ਕੁੱਲੀ, ਗੁੱਲੀ ਤੇ ਜੁੱਲੀ। ਇਹ ਤਿੰਨ ਚੀਜ਼ਾਂ ਮਿਲ ਜਾਣ ਇਨਸਾਨ ਮਰਦਾ ਨਹੀਂ। ਬਹੁਤ ਜ਼ਿਆਦਾ ਠੰਡ ਸੀ, ਇਹਨਾਂ ਨੇ ਪਤਾ ਨਹੀਂ ਕਿੰਨੇ ਸੈਂਕੜੇ ਟੈਂਟ ਲਾਤੇ ਉੱਥੇ, ਕੰਬਲ ਦੇਤੇ ਵੀ ਲੋਕ ਅੰਦਰ ਬਹਿ ਕੇ ਕੁੱਲੀ ਗੁੱਲੀ ਦਾ ਜੁਗਾੜ ਕੀਤਾ ਲੋਕਾਂ ਦੇ, ਉੱਥੇ ਹੀ ਗੁੱਲੀ ਦਾ ਯਾਨੀ ਰੋਟੀ ਦਾ ਜੁਗਾੜ ਵੀ ਕੀਤਾ। ਸੋ ਇਹ ਇਦਾਂ ਦੀਆਂ ਹੋਰ ਉੱਥੇ ਸੰਸਥਾਵਾਂ ਨੇ ਜਿਨ੍ਹਾਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਇਹਨਾਂ ਦੇ ਮਗਰ ਜਿਹੜੀ ਪਾਵਰ ਕੰਮ ਕਰ ਰਹੀ ਉਹ ਬਾਬਾ ਨਾਨਕ ਹੀ ਹੈ, ਉਹ ਸੱਚੇ ਪਾਤਸ਼ਾਹ ਹੀ ਨੇ ਜਿਹੜੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ, ਪਰ ਇਹ ਆਪਣੇ ਵੱਲੋਂ ਤਨਦੇਹੀ ਨਾਲ ਲੱਗੇ ਹੋਏ ਨੇ। ਯੂਨਾਈਟਿਡ ਸਿੱਖਸ, ਇਹਨਾਂ ਵਾਸਤੇ ਵੀ ਇੱਕ ਵਾਰੀ ਤਾਲੀ ਮਾਰ ਦਿਓ ਜੀ ਤੁਸੀਂ। ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਗੁਰੂ ਸਾਹਿਬ ਦਾ ਹੀ ਮਹਾਵਾਕ ਹੈ ਕਿ ਤਿੰਨ ਚਿਰ ਮੂਲ ਨਾ ਥੋੜੀਂਦੇ, ਜਿਨ ਚਿਰ ਆਪ ਕਿਰਪਾਲ, ਧਨ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਸੋ ਮੋਰਚੇ ਦੇ ਉੱਤੇ ਕਿਸਾਨ ਤਾਂ ਕੀ, ਦੁਨੀਆ ਆ ਕੇ ਉੱਥੇ ਬਹਿ ਕੇ ਲੰਗਰ ਛਕ ਕੇ ਚਲੀ ਜਾਵੇ, 10 ਸਾਲ ਵੀ ਸੰਘਰਸ਼ ਚੱਲੇਗਾ ਤੇ ਮਹਾਰਾਜ ਨੇ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਣੀ। ਚੜ੍ਹਦੀ ਕਲਾ 'ਚ ਰਹੋ, ਜ਼ਿੰਦਾਬਾਦ ਰਹੋ ਹਮੇਸ਼ਾ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਜੀ। ਬਹੁਤ ਬਹੁਤ ਧੰਨਵਾਦ।